ਅਮਰਦਾਸ ਪਗ ਬੰਦ। ਰਾਮਦਾਸ ਅਰਜਨ ਗੁਰੂ। ਬਰ ਸ਼੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ। ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ। ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ। ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਸੁਨ ਕਲਗੀਧਰ ਬਾਕ ਬਖਾਨੇ। ਨਿਕਸਹੁ ਗੀਦੀ ਮੂਢ ਮਹਾਨੇ। ਅਸ ਤੁਜ ਕਰਹਿ ਹੋਏ ਹੈ ਸੋਈ। ਤੁਰਕਨ ਕੋ ਵਿਸਵਾਸ ਨਾ ਕੋਈ। ਸੁਨ ਕਲਗੀਧਰ ਬਾਕ ਬਖਾਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸਤਿਗੁਰੂ ਜੀ, ਗਰੀਬ ਨਵਾਜ ਜੀ, ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਕਿਰਪਾ ਦਇਆ ਰਹਿਮਤ ਬਖਸ਼ਿਸ਼ ਕੀਤੀ ਹੈ। ਆਪਾਂ ਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ, ਚਰਨਾਂ ਵਿੱਚ ਬੈਠਣ ਦਾ ਸੁਭਾਗ ਭਰਿਆ ਸਮਾਂ ਗੁਰੂ ਜੀ ਨੇ ਤਰਸ ਕਰਕੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਫਿਰ ਪ੍ਰੇਮ ਨਾਲ ਕਹੋ ਜੀ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜਾਂ ਵਾਲੇ, ਤਖਤਾਂ ਵਾਲੇ, ਫੌਜਾਂ ਵਾਲੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਆਪ ਜੀ ਸੰਗਤ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਮਹਾਰਾਜ ਜੀ ਪਾਉਂਟਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੁਭਾਏਮਾਨ ਹਨ, ਦੀਨ ਦੁਨੀਆ ਨੂੰ ਤਾਰ ਰਹੇ ਹਨ, ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ। ਆਏ ਹੋਏ ਜਗਿਆਸੂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਹਨ। ਨਾਮ ਦੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਹਨ। ਇਸ ਸੰਸਾਰ ਉੱਤੇ ਬੜੇ ਤਰ੍ਹਾਂ ਦੇ ਸਾਧ ਸੰਗਤ ਜੀ ਜੀਵ ਹਨ। ਲਗਭਗ ਹਰ ਬੰਦੇ ਦਾ ਆਪੋ ਆਪਣਾ ਸਵਾਲ ਹੁੰਦਾ ਹੈ। ਹਰ ਬੰਦੇ ਦੀ ਆਪੋ ਆਪਣੀ ਮੱਤ ਹੁੰਦੀ ਹੈ। ਹਰ ਬੰਦਾ ਆਪੋ ਆਪਣੇ ਤਰੀਕੇ ਦੇ ਅਨੁਸਾਰ ਆਪਣੇ ਮਨ ਨੂੰ ਤਸੱਲੀ ਦਿਵਾਉਣਾ ਚਾਹੁੰਦਾ ਹੈ। ਆਪਣੇ ਮਨ ਨੂੰ ਤਸੱਲੀ ਦਿਵਾਉਣਾ ਚਾਹੁੰਦਾ ਹੈ। ਬੜੇ ਲੋਕਾਂ ਦੇ ਬੜੇ ਤਰ੍ਹਾਂ ਦੇ ਸਵਾਲ ਨੇ ਸਾਧ ਸੰਗਤ ਜੀ। ਅੱਜ ਖਾਸ ਕਰਕੇ ਕੌਮ ਦੇ ਵਿੱਚ, ਇਕੱਲੀ ਸਾਡੀ ਕੌਮ ਵਿੱਚ ਹੀ ਨਹੀਂ, ਹਰ ਧਰਮ ਵਿੱਚ ਜੀ ਲੋਕ ਬੜੇ ਬੜੇ ਸ਼ੰਕੇ ਆਪਣੇ ਮਨ ਵਿੱਚ ਰੱਖ ਕੇ ਬੈਠੇ ਨੇ ਜੀ। ਬੜੇ ਬੜੇ ਤਰ੍ਹਾਂ ਦੇ ਸਵਾਲ ਨੇ, ਪਰ ਵਿਰਲੀਆਂ ਹੀ ਥਾਵਾਂ ਨੇ ਜਿੱਥੇ ਜਾ ਕੇ ਬੰਦੇ ਨੂੰ ਤਸੱਲੀ ਮਿਲਦੀ ਹੈ ਜੀ। ਸਵਾਲਾਂ ਦੇ ਜਵਾਬ ਜਿਹੜੇ ਆ ਉਹ ਪੂਰੇ ਮਿਲਦੇ ਆ ਜੀ। ਸਵਾਲ ਕਰਨ ਵਾਲਾ ਛੋਟਾ ਹੁੰਦਾ, ਜਵਾਬ ਦੇਣ ਵਾਲਾ ਵੱਡਾ ਹੁੰਦਾ ਜੀ। ਇਸੇ ਕਰਕੇ ਸਿੱਧ ਜਿਹੜੇ ਆ ਮਹਾਰਾਜ ਨੂੰ ਸਵਾਲ ਕਰਦੇ ਆ ਤੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਉੱਤਰ ਦਿੰਦੇ, ਕਿਉਂਕਿ ਗੁਰੂ ਨਾਨਕ ਸਾਹਿਬ ਵੱਡੇ ਨੇ ਜੀ,
ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕੋ ਲੋਕ ਆਪੋ ਆਪਣੀ ਤਰ੍ਹਾਂ ਦੇ ਸ਼ੰਕੇ ਲੈ ਕੇ ਆਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਸ਼ੰਕੇ ਜਿਹੜੇ ਆ ਉਹ ਹੱਲ ਕਰਦੇ ਆ। ਪਿਆਰੇ ਸਤਿਗੁਰੂ ਜੀ ਦੇ ਵਿੱਚ ਕਿਹੜੀ ਸ਼ਕਤੀ ਕੰਮ ਕਰਦੀ ਹੈ? ਗੁਰਮੁਖੋ ਪਿਆਰੇ ਸਤਿਗੁਰੂ ਜੀ ਦੇ ਵਿੱਚ ਨਾਮ ਦੀ ਸ਼ਕਤੀ ਕੰਮ ਕਰਦੀ ਹੈ, ਸਿਮਰਨ ਦੀ ਤਾਕਤ ਕੰਮ ਕਰਦੀ ਹੈ, ਨਾਮ ਦੀ એનર્ਜੀ ਕੰਮ ਕਰਦੀ ਹੈ। ਸੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਉਂਟਾ ਸਾਹਿਬ ਸੱਜੇ ਹਨ। ਫਤਿਹ ਸ਼ਾਹ ਆਪਣੀ ਫੌਜ ਲੈ ਕੇ ਆ ਰਿਹਾ, ਹੋਰ ਆਪਣੇ ਨਾਲ ਪਹਾੜੀ ਰਾਜਿਆਂ ਨੂੰ ਲੈ ਕੇ ਆ ਰਿਹਾ, ਤੇ ਆਪ ਜੀ ਨੇ ਸਰਵਣ ਕੀਤਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 500 ਪਠਾਨ ਸਾਧ ਸੰਗਤ ਜੀ ਆਪਣੇ ਕੋਲ ਜਿਹੜੇ ਰੱਖੇ ਸੀ। ਉਹਨਾਂ ਦੇ 4 ਸਰਦਾਰ ਸਨ ਜੀ। ਉਹਨਾਂ ਦੇ 4 ਸਰਦਾਰ ਸਨ, ਜਿਨ੍ਹਾਂ ਵਿੱਚੋਂ 3 ਸਰਦਾਰ ਭਾਵ ਮੁਖੀ ਭੀਖਣ ਖਾਂ, ਨਜਾਬਤ ਖਾਂ, ਹਯਾਤ ਖਾਂ, ਉਹ ਗੱਦਾਰ ਹੋ ਗਏ ਜੀ। ਝੂਠੇ ਮੂਠੇ ਹੀ ਬਹਾਨੇ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਲਾਏ। ਗੁਰੂ ਸਾਹਿਬ ਕੋ ਛੁੱਟੀ ਲੈਣੀ ਚਾਹੁੰਦੇ ਆ, ਅਸਲ 'ਚੋਂ ਡਰਦੇ ਆ ਵੀ ਫੌਜਾਂ ਆਉਣਗੀਆਂ ਤੇ ਅਸੀਂ ਖਾਮ ਖਾ ਮਰ ਜਾਵਾਂਗੇ। ਬੜੀ ਲੰਮੀ ਚੌੜੀ ਉਹਨਾਂ ਦੀ ਗੱਲ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤੀ ਹੈ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਲੰਮੀ ਚੌੜੀ ਗੱਲ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤੀ ਹੈ। ਧੰਨ ਧੰਨ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਸਮਝਾਉਂਦੇ ਆ, ਭਾਈ ਜੇ ਮਾਇਆ ਚਾਹੀਦੀ ਹੈ ਤੇ ਜੰਗ ਅਸੀਂ ਜਿੱਤ ਜਾਣੀ ਹੈ ਤੇ ਤੁਸੀਂ ਮਾਇਆ ਜਿੰਨੀ ਮਰਜ਼ੀ ਲੈ ਲਿਓ। ਪਰ ਉਹ ਮੂਰਖ ਨਹੀਂ ਮੰਨਦੇ ਸਾਧ ਸੰਗਤ ਜੀ, ਮੂਰਖ ਨਹੀਂ ਮੰਨਦੇ। ਮਹਾਰਾਜ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਇੱਕ ਇੱਕ ਢਾਲ ਭਰ ਕੇ ਤੁਹਾਨੂੰ ਦੇਵਾਂਗੇ, ਪਰ ਉਹ ਨਹੀਂ ਮੰਨੇ ਸਾਧ ਸੰਗਤ ਜੀ। ਸਾਧ ਸੰਗਤ ਜੀ ਭਾਵ ਇੱਕ ਇੱਕ ਢਾਲ ਮਾਇਆ ਦੀ ਭਰ ਕੇ ਦੇਵਾਂਗੇ, ਉਹ ਨਹੀਂ ਮੰਨੇ ਜੀ। 2 ਵਾਰੀ ਗੁਰੂ ਜੀ ਨੇ ਸਮਝਾਇਆ, ਝੂਠੀਆਂ ਹੀ ਗੱਲਾਂ ਕਰਦੇ ਰਹੇ ਵੀ ਸਾਡੇ ਤੇ ਸਮਾਜ ਕੀ ਆਖੇਗਾ ਜੀ, ਸਾਡੀ ਤੇ ਰਿਸ਼ਤੇਦਾਰੀ ਹੈਗੀ ਹੈ ਜੀ। ਢਿੱਲੀਆਂ ਗੱਲਾਂ ਤੇ ਝੂਠੀਆਂ ਗੱਲਾਂ ਕਰਦੇ ਰਹੇ ਜੀ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰਾਂਗੇ। ਪਿਆਰ ਨਾਲ ਸਾਰੇ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨ ਕਲਗੀਧਰ ਬਾਕ ਬਖਾਨੇ, ਨਿਕਸੋ ਗੀਦੀ ਮੂੜ ਮਹਾਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਬਾਰ-ਬਾਰ ਸਮਝਾਉਂਦੇ ਨੇ, ਉਹ ਬਾਰ-ਬਾਰ ਵਿਗੜਦੇ ਹੈ। ਮਹਾਰਾਜ ਸਮਝਾਉਂਦੇ ਆ, ਉਹ ਵਿਗੜਦੇ ਹੈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਗੁਰੂ ਸਾਹਿਬ ਮਹਾਰਾਜ ਨੇ ਬਚਨ ਕੀਤਾ, ਜਾਓ। ਮਹਾਰਾਜ ਕਹਿੰਦੇ ਮੂਰਖੋ ਡਰਕ ਲਓ, ਜਾਓ ਫਿਰ। ਅਸ ਤੁਜ ਕਰ ਹੈ ਹੋਏ ਹੈ ਸੋਈ। ਹੋਣਾ ਤੇ ਉਹ ਆ ਜੋ ਅਕਾਲ ਪੁਰਖ ਜੀ ਚਾਹੁੰਦੇ ਹਨ। ਤੁਰਕਨ ਕੋ ਵਿਸ਼ਵਾਸ ਨਾ ਕੋਈ। ਪਰ ਤੁਹਾਡੇ ਤੁਰਕਾਂ ਤੇ ਭਰੋਸਾ ਨਹੀਂ। ਮਹਾਰਾਜ ਕਹਿੰਦੇ ਫਿਰ ਕਰਾਂਗੇ। ਤੁਸੀਂ ਸਾਡਾ ਮਾਣ ਤੋੜਿਆ, ਭਰੋਸਾ ਤੋੜਿਆ, ਹੁਣ ਤੁਹਾਡਾ ਅਸੀਂ ਭਰੋਸਾ ਨਹੀਂ ਕਰਾਂਗੇ। ਭੀਖਨ ਖਾਨ ਨਿਜਾਬਤ ਖਾਨ, ਉਠਿਓ ਹਯਾਤ ਖਾਨ ਮਤਹਾਨ। ਉਹ ਭੀਖਣ ਖਾਂ, ਹਯਾਤ ਖਾਂ, ਨਜਾਬਤ ਖਾਂ, ਇਹ ਫਿਰ ਉੱਥੋਂ ਉੱਠ ਗਏ। ਨਮੋ ਠਾਨ ਕਰ ਨੀਚੀ ਗਰੀਵ। ਨਮਸਕਾਰ ਕੀਤੀ ਤੇ ਸਾਧ ਸੰਗਤ ਜੀ ਚੁੱਪ ਕਰਕੇ ਤੁਰ ਪਏ। ਲੱਜਤ ਭਏ ਨਾ ਆਂਖ ਉਠੀਵ। ਅੱਖ ਨਹੀਂ ਤਾਂ ਚੁੱਕ ਸਕੇ ਜੀ, ਕਿਉਂ ਕਾਣੇ ਜੂ ਹੋ ਗਏ ਜੀ, ਗਲਤ ਜੂ ਹੋ ਗਏ ਜੀ। ਮਹਾਰਾਜ ਤਾਂ ਸਮਝਾਉਂਦੇ ਰਹੇ,
ਪਰ ਉਹਨਾਂ ਦੇ ਖਾਨੇ ਗੱਲ ਪਈ ਨਹੀਂ ਜੀ। ਨਹੀਂ, ਅਸਲ 'ਚ ਭਾਗਾਂ ਦੀ ਖੇਡ ਹੁੰਦੀ ਸਾਧ ਸੰਗਤ ਜੀ। ਪਿਆਰ ਨਾਲ ਆਖੋ ਵਾਹਿਗੁਰੂ ਵਾਹਿਗੁਰੂ। ਭਾਗਾਂ ਦੀ ਖੇਡ ਹੁੰਦੀ ਹੈ। ਉਹਨਾਂ ਦੇ ਭਾਗ ਹੀ ਇਸ ਤਰ੍ਹਾਂ ਦੇ ਸੀਗੇ ਜੀ। ਹਾਂਜੀ। ਤਜ ਦਰਬਾਰ द्वार को आए, ਹਾਂਜੀ। ਨਿਜ ਡੇਰੇ ਪਹੁੰਚੇ ਉਤਲਾਏ। ਸਤਿਗੁਰੂ ਜੀ ਦਾ ਦਰਬਾਰ ਛੱਡ ਕੇ ਉਹ ਪਠਾਨ ਫਿਰ ਉੱਥੇ ਆਏ ਜਿੱਥੇ ਉਹਨਾਂ ਦੇ ਆਸਣ ਸੀਗੇ ਜੀ। ਭਾਵ ਜਿੱਥੇ ਉਹਨਾਂ ਦਾ ਪੜਾ ਸੀ। ਬੈਠੇ ਪੁੰਨ ਮਸਲਤ ਮਨ ਠਾਨਤ, ਹਾਂਜੀ। ਧਨ ਗਨ ਦੇਨ ਗੁਰੂ ਅਬਮਾਨਤ। ਫਿਰ ਮੀਟਿੰਗ ਕੀਤੀ ਜੀ ਇਹਨਾਂ ਨੇ। ਹਾਂਜੀ, ਵੇਖਿਓ ਜਰਾ ਮਾਈਕ। ਫਿਰ ਵੇਖਿਓ ਜਰਾ ਮੀਟਿੰਗ ਕੀਤੀ ਜੀ ਉਹਨਾਂ ਨੇ ਜੀ। ਮਾੜੀ ਸੋਚ ਦੇ ਬੰਦੇ ਕਿੰਨੀਆਂ ਮਾੜੀਆਂ ਮਾੜੀਆਂ ਗੱਲਾਂ, ਗਲਤ ਗੱਲਾਂ ਆਪਣੇ ਆਪ ਵਿੱਚ ਲੈ ਕੇ ਆਉਂਦੇ ਜੀ। ਤਿੰਨੋਂ ਫਿਰ ਬਹਿ ਗਏ ਤੇ ਸਲਾਹ ਕਰਨ ਲੱਗੇ। ਕਹੈ ਹਯਾਤ ਖਾਨ ਢਿਗ ਰਹੋ। ਹਯਾਤ ਖਾਂ ਕਹਿਣ ਲੱਗਾ ਵੀ ਕਿਉਂ ਨਾ ਹੋਵੇ ਅਸੀਂ ਮਹਾਰਾਜ ਦੇ ਕੋਲ ਰਹਿ ਪਈਏ। ਹਾਂਜੀ। ਦਰਬ ਵਿਸਾਲ ਨੌਕਰੀ ਲਹੋ। ਕਿਉਂ? ਮਹਾਰਾਜ ਮਾਇਆ ਦੇਣ ਨੂੰ ਮੰਨ ਰਹੇ ਆ। ਮਹਾਰਾਜ ਕਹਿ ਰਹੇ ਖੁੱਲੀ ਮਾਇਆ ਸਾਡੇ ਕੋਲ ਲੈ ਲਿਓ। ਏਕ ਬਰਖ ਲਓ ਰਹਿ ਕਰ ਪਾਸ, ਧਨ ਗਨ ਪੁੰਨ ਲੈ ਚੱਲਹਿ ਆਵਾਸ। ਵੀ 1 ਸਾਲ ਪੂਰਾ ਕੱਢ ਲਈਏ, ਖੁੱਲੀ ਮਾਇਆ ਲੈ ਕੇ ਮਹਾਰਾਜ ਕੋਲੋਂ ਜਾਵਾਂਗੇ। ਲੋਭੀ ਹੋ ਗਏ ਨਾ ਜੀ। ਤੇ ਚੇਤਾ ਰੱਖਿਓ, ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਜਿਨ੍ਹਾਂ ਦੇ ਮਨ ਵਿੱਚ ਲੋਭ ਆ ਜਾਏ ਨਾ ਜੀ, ਲਾਲਚ ਆ ਜਾਏ, ਲੋਭ ਵਿਕਾਰ ਜਿਨ੍ਹਾਂ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ। ਉਹਨਾਂ ਨੂੰ ਰੱਬ ਭੁੱਲ ਜਾਂਦਾ ਸਾਧ ਸੰਗਤ ਜੀ। ਤੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਆ, ਲੋਭੀ ਕਾ ਵੇ ਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਲਾਲਚੀ ਬੰਦੇ ਦਾ ਭਰੋਸਾ ਨਹੀਂ ਕਰਨਾ ਚਾਹੀਦਾ ਜੀ। ਆਖੋ ਸ੍ਰੀ ਵਾਹਿਗੁਰੂ। ਜਿਹੜਾ ਲਾਲਚੀ ਬੰਦਾ ਕਿੰਨਾ ਵੀ ਚੰਗਾ ਬਣੇ, ਨਹੀਂ, ਉਹਦਾ ਭਰੋਸਾ ਨਹੀਂ ਕਰਨਾ ਚਾਹੀਦਾ ਜੀ। ਇਹ ਹੁਣ ਲਾਲਚੀ ਹੋ ਗਏ ਜੀ। ਹਾਂਜੀ। ਸੁਨ ਕਰ ਬੋਲਿਓ ਭੀਖਨ ਖਾਨ। ਹਯਾਤ ਖਾਂ ਕਹਿੰਦਾ ਰਹਿ ਪਈਏ, ਕੋਈ ਨਾ ਕੋਈ ਫਾਇਦਾ ਹੋਏਗਾ। 1 ਸਾਲ ਰਵਾਂਗੇ, ਖੁੱਲੀ ਮਾਇਆ ਲੈ ਕੇ ਜਾਵਾਂਗੇ। ਤੇ ਫਿਰ ਵਿੱਚੋਂ ਹੀ ਭੀਖਣ ਖਾਂ ਬੋਲਿਆ, ਗੁਰ ਅਬਦੇਤ ਰਿਪੁਨ ਡਰਮਾਨ। ਕਹਿੰਦਾ ਐਵੇਂ ਥੋੜੀ ਮਹਾਰਾਜ ਖੁੱਲੀ ਮਾਇਆ ਦੇ ਰਹੇ ਆ। ਕਹਿੰਦਾ ਵੈਰੀਆਂ ਤੋਂ ਡਰ ਰਹੇ ਨੇ। ਆਖੋ ਸ੍ਰੀ ਵਾਹਿਗੁਰੂ। ਡਰਦੇ ਤੇ ਆਪ ਨੇ। ਮਹਾਰਾਜ ਅੰਤਰਜਾਮੀ ਕਿੱਥੋਂ ਕਿਸੇ ਕੋ ਡਰਦੇ ਆ ਜੀ। ਹਾਂਜੀ। ਕਰਹਿ ਚਾਕਰੀ ਰਹਿ ਚਿਰਕਾਲ, ਤਉ ਪ੍ਰਾਪਤ ਧਨ ਲੇ ਵਿਸਾਲ। ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਵਾਂਗੇ, ਲੰਮਾ ਸਮਾਂ ਚਾਕਰੀ ਕਰਾਂਗੇ, ਫੇਰ ਹੀ ਮਾਇਆ ਮਿਲਣੀ ਹੈ। ਮੁਫਤ ਤਾਂ ਮਹਾਰਾਜ ਨੇ ਰੱਖਣਾ ਨਹੀਂ ਸਾਨੂੰ। ਲਰਨੋ ਮਰਨੋ ਸਿਰ ਪਰ ਅਹੈ, ਜੀਅਤ ਰਹੈ ਪਾਛੇ ਸੋ ਲਹੈ। ਹੁਣ ਲੜਨਾ ਹੋਵੇ ਭਾਵੇਂ ਮਰਨਾ ਹੋਵੇ, ਸਾਡੇ ਸਿਰ ਤੇ ਹੈ। ਹਾਂਜੀ। ਜੇ ਤੁਮਰੇ ਮਨ ਹੈ ਅਬ ਐਸੇ, ਘਰ ਪਹੁੰਚੈ ਲੈ ਧਨ ਗਨ ਤੈਸੇ। ਕਹਿਣ ਲੱਗਾ ਫਿਰ ਇੱਕ ਤਰਕੀਬ ਹੈ ਭੀਖਣ ਖਾਂ। ਕਹਿੰਦਾ ਹਯਾਤ ਖਾਂ, ਜੇ ਤੂੰ ਖੁੱਲੀ ਮਾਇਆ ਲੈਣੀ ਚਾਹੁੰਦਾ ਹੈ ਨਾ, ਇੱਕ ਸਲਾਹ ਹੈਗੀ ਮੇਰੇ ਕੋਲ। ਲੜਨਾ ਵੀ ਨਹੀਂ ਪਏਗਾ। ਹੁਣ ਤਾਂ ਲੜ ਕੇ ਪੈਸੇ ਮਿਲਨੇ ਨਾ। ਜੇ ਤੂੰ ਮੇਰੀ ਸਲਾਹ ਮੰਨੇ, ਲੜਨਾ ਵੀ ਨਹੀਂ ਪਏਗਾ ਤੇ ਮਾਇਆ ਬੜੀ ਮਿਲ ਜਾਣੀ ਆਪਾਂ ਨੂੰ। ਉਹ ਕਹਿੰਦਾ ਦੱਸੋ ਕਿਹੜੀ ਸਲਾਹ ਹੈ। ਕੋਸ਼ ਗੁਰੂ ਕੋ ਭਰਿਓ ਕਨੇਰਾ, ਭੇਤ ਭਲੇ ਹਮਨੈ ਸਭ ਹੇਰਾ। ਕਹਿੰਦਾ ਇਹ ਤੇ ਸਾਨੂੰ ਪਤਾ ਵੀ ਗੁਰੂ ਦੇ ਕੋਸ਼ ਖਜ਼ਾਨੇ ਨਾਲ ਭਰੇ ਪਏ। ਸਤਿਗੁਰੂ ਜੀ ਦੇ ਕੋਲ ਮਾਇਆ ਦੀ ਕਮੀ ਨਹੀਂ ਹੈਗੀ, ਖਜ਼ਾਨਾ ਭਰਿਆ ਪਿਆ। ਇਹ ਤੇ ਸਾਨੂੰ ਪਤਾ ਹੀ ਹੈ। ਬਨਹੁ ਵੀਰ ਧਰ ਧੀਰਜ ਭਲੇ, ਸੈਲਨ ਤੀਨ ਸੈਲ ਪਤੀਨ ਸੰਗ ਲਿਹੋ ਮਿਲੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਪਤਾ ਕੀ ਕਹਿਣ ਲੱਗਾ? ਕਹਿਣ ਲੱਗਾ ਫਿਰ ਸੁਣ,
ਅਸੀਂ ਕੀ ਕਰਨਾ ਹੈ। ਤੂੰ ਮੈਂ ਆਪਾਂ ਸਾਰੇ ਹੀ ਚੁੱਪ ਕਰਕੇ ਪਹਾੜੀ ਰਾਜਿਆਂ ਨਾਲ ਰਲ ਜਾਂਦੇ ਹਾਂ ਜਾ ਕੇ। ਗੁਰੂ ਸਾਹਿਬ ਦਾ ਤੇ ਸੰਗ ਛੱਡਣਾ ਹੀ ਹੈ, ਚਲੋ ਚੁੱਪ ਕਰਕੇ ਘਰ ਚਲ ਜਾਂਦੇ। ਇਹ ਦੁਸ਼ਟ ਹੋਰ ਗੱਲਾਂ ਪੁੱਠੀਆਂ ਕਰਨ ਲੱਗ ਪਏ। ਕਹਿਣ ਲੱਗੇ ਆਪਾਂ ਪਹਾੜੀ ਰਾਜਿਆਂ ਦੇ ਨਾਲ ਮਿਲਦੇ ਹਾਂ ਜਾ ਕੇ। ਲੂਟ ਮਾਫ ਤਿਨ ਤੇ ਲਿਖਵਾਵੋ, ਮਿਲ ਰਾਜਨ ਸੋ ਜੰਗ ਮਚਾਵੋ। ਰਾਜਿਆਂ ਨਾਲ ਜਾ ਕੇ ਮਿਲ ਜਾਂਦੇ ਆ ਤੇ ਰਾਜਿਆਂ ਕੋਲ ਲਿਖਾ ਲਾਂਗੇ ਵੀ ਜੋ ਕੁਝ ਆਪਾਂ ਕਲਗੀਧਰ ਦੀਆਂ ਫੌਜਾਂ ਵਿੱਚੋਂ ਲੁੱਟਿਆ ਉਹ ਸਾਡਾ, ਆਪਾਂ ਲੁੱਟ ਸਕਦੇ ਹਾਂ। ਇਹ ਉਹਨਾਂ ਕੋਲ ਲਿਖਵਾ ਲੈਂਦੇ ਆ। ਹਾਂਜੀ, ਲਰਹਿ ਪਹਾੜੀ ਹੋਏ ਅਗਾਰੀ, ਕਿ ਲੜਨਗੇ ਤੇ ਪਹਾੜੀ ਸੈਨਿਕ ਅੱਗੇ ਹੋ ਕੇ ਉਹ ਲੜਨਗੇ। ਤਾਕਤ ਰਹੀ ਹੈ ਆਪ ਪਿਸ਼ਾਰੀ, ਅਸੀਂ ਪਿੱਛੇ ਰਹਿ ਕੇ ਤੱਕਦੇ ਰਵਾਂਗੇ ਵੀ ਇਹ ਕੀ ਕਰਦੇ ਹਨ। ਗੁਰ ਕੀ ਸੈਨ ਪਲਾਵਹਿ ਜਬ ਹੀ, ਜਦੋਂ ਗੁਰੂ ਦੀ ਸੈਨਾ ਬਹੁਤ ਸਾਰੀ ਪਹਾੜੀ ਰਾਜਿਆਂ ਦੀ ਫੌਜ ਨਾਲ ਲੜਦਿਆਂ ਭੱਜ ਜਾਵੇਗੀ। ਸੁਧੇ ਪਰਹੋ ਕੋਸ਼ ਪਰ ਤਬ ਹੀ, ਆਪਾਂ ਸਿੱਧਾ ਖਜ਼ਾਨੇ ਤੇ ਹਮਲਾ ਕਰ ਦਿਆਂਗੇ। ਹਾਂਜੀ, ਏਕ ਬਾਰ ਨਿਜ ਹੇਲਾ ਘਾਲੋ, ਬਸ ਇੱਕੋ ਵਾਰੀ ਤੁਸੀਂ ਅਸੀਂ ਜਾ ਕੇ ਮਹਾਰਾਜ ਦੇ ਖਜ਼ਾਨੇ ਉੱਤੇ ਹਮਲਾ ਕਰ ਦਿਆਂਗੇ। ਧਨ ਜਹ ਧਰਿਓ ਆਨ ਕਰ ਡਾਲੋ, ਤੇ ਜਿੱਥੇ ਮਾਇਆ ਮਹਾਰਾਜ ਦੀ ਪਈ ਹੈ ਉਹ ਪਤਾ ਸਾਰੀ ਆਪਾਂ ਕਾਬੂ ਕਰ ਲੈਣੀ ਹੈ। ਹਾਂਜੀ, ਜੇ ਤਿਕ ਘੋਰਾ ਸਕਹਿ ਉਠਾਏ, ਫਿਰ ਇੰਨੀ ਕੁ ਮਾਇਆ ਲੁੱਟਣੀ ਵੀ ਸਾਡੇ ਘੋੜੇ ਜਿੰਨੀ ਕੁ ਚੁੱਕ ਸਕਦੇ ਆ ਨਾ ਸਾਰੀ ਮਾਇਆ ਚੁੱਕ ਲੈਣੀ। ਕਹਿਣ ਲੱਗੇ ਤੇ ਤਿਕ ਲੀਜੈ ਮੋਦ ਵਧਾਏ, ਫਿਰ ਆਪਾਂ ਖੁਸ਼ ਹੀ ਖੁਸ਼ ਸਾਡੀ ਤੇ ਖੁੱਲੇ ਖਜ਼ਾਨੇ ਭਰ ਜਾਣੇ ਆ। ਹਾਂਜੀ, ਲਾਦ ਘਰਨ ਕੋ ਇਤ ਤੇ ਚਲੋ, ਤੇ ਇਥੋਂ ਫਿਰ ਪੌਂਟੇ ਤੋਂ ਮਾਇਆ ਗੁਰੂ ਕੀ ਲੱਦ ਕੇ ਫਿਰ ਆਪਣੇ ਘਰਾਂ ਨੂੰ ਜਾਵਾਂਗੇ। ਪੁੰਨ ਗਿਰਪਤਨ ਸੰਗ ਕਿਉਂ ਮਿਲੋ, ਤੇ ਮੁੜ ਅਸੀਂ ਪਹਾੜੀ ਰਾਜਿਆਂ ਨੂੰ ਮਿਲਣਾ ਕਿਉਂ ਆ। ਆਖੋ ਵਾਹਿਗੁਰੂ। ਵਾਹਿਗੁਰੂ। ਲੋਭੀ ਹੈਗੇ ਨਾ ਜੀ, ਲਾਲਚੀ ਹੈਗੇ ਆ। ਜੇ ਪਹਾੜੀਆਂ ਨਾਲ ਵੀ ਮਿਲਣ ਦੀ ਗੱਲ ਕਰਦੇ ਤੇ ਪਿੱਛੋਂ ਮਾਇਆ ਕਰਕੇ ਉਹਨਾਂ ਨੂੰ ਵੀ ਧੋਖਾ ਦੇਣਾ ਇਹਨਾਂ ਨੇ ਜੀ। ਮਾਇਆ ਕਰਕੇ ਉਹਨਾਂ ਨੂੰ ਵੀ ਧੋਖਾ ਦੇਣਾ ਚਾਹੁੰਦੇ ਆ। ਜਿਸ ਕੇ ਹੇਤ ਨੌਕਰੀ ਚਾਹੋ, ਸੋ ਇੱਕ ਦਿਨ ਮੈਂ ਇਸ ਵਿਦ ਪਾਹੋ। ਕਹਿੰਦਾ ਹਯਾਤ ਖਾਂ ਮਾਇਆ ਕਰਕੇ ਨੌਕਰੀ ਕਰਨੀ ਨਾ, ਉਹ ਸਾਰੀ ਮਾਇਆ ਆਪਾਂ ਇੱਕੋ ਦਿਨ 'ਚ ਲੈ ਲੈਣੀ ਹੈ। ਹਾਂਜੀ, ਨਹਿ ਪਹਾੜੀਆਂ ਕੋ ਇਹ ਭੇਤ, ਆਪਾਂ ਪਹਾੜੀਆਂ ਨੂੰ ਥੋੜੀ ਇਹ ਭੇਤ ਦੇਣਾ। ਲੈ ਧਨ ਗਨ ਕੋ ਚਲੋ ਨਿਕੇਤ, ਉਹ ਅੱਗੋਂ ਲੜਦੇ ਰਹਿਣਗੇ। ਜਦੋਂ ਗੁਰੂ ਦੀਆਂ ਫੌਜਾਂ ਮੁੱਕਣ ਤੇ ਆ ਗਈਆਂ ਆਪਾਂ ਖਜ਼ਾਨਾ ਲੁੱਟ ਕੇ ਆਪਣੇ ਘਰਾਂ ਨੂੰ ਹੋ ਜਾਣਾ। ਇਮ ਕਾਰਜ ਤੁਮਰੇ ਸਮੁਦਾਏ, ਹਾਂਜੀ, ਪੁਰਵਨ ਹੋਵੇ ਹੈ ਮਦਦ ਖੁਦਾਏ। ਖੁਦਾ ਸਾਡੀ ਮਦਦ ਕਰੇਗਾ ਤੇ ਆਪਾਂ ਮਹਾਰਾਜ ਦਾ ਖਜ਼ਾਨਾ ਲੁੱਟ ਲੈਣਾ। ਆਖੋ ਵਾਹਿਗੁਰੂ। ਵਾਹਿਗੁਰੂ। ਮਾੜਿਆਂ ਦੀ ਖੁਦਾ ਮਦਦ ਨਹੀਂ ਕਰਦਾ ਜੀ। ਜਿਨ੍ਹਾਂ ਦੀ ਨੀਤ ਮਾੜੀ ਹੈ ਨਾ ਜੀ, ਖੁਦਾ ਅੱਲਾਹ ਤਾਲਾ ਪਰਮੇਸ਼ਰ ਉਹਨਾਂ ਦੀ ਮਦਦ ਨਹੀਂ ਕਰਦਾ। ਇਹਨਾਂ ਦੀ ਸੋਚ ਮਾੜੀ ਹੈ ਜੀ। ਨੀਤ ਮਾੜੀ ਹੋ ਗਈ ਪਠਾਣਾਂ ਦੀ, ਨੀਤ ਵਿਗੜ ਗਈ ਹੈ। ਕਹਿਣ ਲੱਗੇ ਸਾਡਾ ਕੰਮ ਹੋ ਜਾਏਗਾ ਸਾਰਾ। ਹਾਂਜੀ, ਸੁਨ ਸਭ ਖਾਨਨ ਭਾ ਅਤ ਲੋਭ, ਹਾਂਜੀ, ਦਰਬ ਲੈਨ ਕੋ ਮਨ ਮਹਿ ਖੋਬ। ਹੁਣ ਉਹ ਲੋਭੀ ਹੋ ਗਏ ਸਾਧ ਸੰਗਤ ਜੀ। ਪਠਾਨ ਮਾਇਆ ਦਾ ਬਹੁਤ ਜ਼ਿਆਦਾ ਲਾਲਚ ਆ ਗਿਆ। ਭੀਖਨ ਖਾਂ ਕੀ ਬੁੱਧ ਸਰਾਹੀ, ਸਾਰੇ ਕਹਿੰਦੇ ਵਾਹ 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 ਵੀ ਭੀਖਣ ਖਾਂ ਨੇ ਤੇ ਬੜੀ ਵਧੀਆ ਗੱਲ ਕੀਤੀ। ਆਪਾਂ ਪਹਾੜੀ ਰਾਜਿਆਂ ਨਾਲ ਜਾ ਕੇ ਰਲ ਜਾਂਦੇ ਆ। ਕਹੈ ਪਠੋ ਨਰ ਰਾਜਨ ਪਾਹੀ, ਆਪਸ ਵਿੱਚ ਗੱਲ ਕੀਤੀ ਵੀ ਕੁਝ ਬੰਦੇ ਰਾਜਿਆਂ ਦੇ ਕੋਲ ਭੇਜ ਗਏ। ਪੰਚ ਸੌਰ ਚੜਾਵਨ ਕਰੇ, 5 ਅਸਵਾਰ ਘੋੜਿਆਂ ਤੇ ਉਹਨਾਂ ਨੇ ਉਸੇ ਵੇਲੇ ਹੀ ਫਤਿਹ ਸ਼ਾਹ ਕੋਲ ਭੇਜ ਦਿੱਤੇ। ਗਏ ਧਵਾਏ ਉਤਾਇਲ ਧਰੇ, ਉਹ ਘੋੜੇ ਭਜਾਉਂਦੇ ਹੋਏ ਛੇਤੀ ਨਾਲ ਫਤਿਹ ਸ਼ਾਹ ਦੇ ਕੋਲ ਚਲੇ ਗਏ। ਕਹਿ ਕਰ ਫਤਿਹ ਸ਼ਾਹ ਸੋ ਮਿਲੇ, ਹਾਂਜੀ, ਸਭ ਖਾਨਨ ਦਿਸ਼ ਤੇ ਉਰ ਭਲੇ। ਤੇ ਸਾਧ ਸੰਗਤ ਜੀ ਫਿਰ ਫਤਿਹ ਸ਼ਾਹ ਦੇ ਨੂੰ ਜਾ ਕੇ ਮਿਲੇ। ਦੱਸਿਆ ਵੀ ਅਸੀਂ ਪਠਾਣਾਂ ਦੀ ਫੌਜ ਵਿੱਚੋਂ ਆਏ ਹਾਂ।
ਗੁਰ ਢਿਗ ਕਹਾਂ ਫੌਜ ਹੈ ਔਰ ਹਾਂਜੀ। ਹੁਤੇ ਪਠਾਨ ਸੋ ਆਵਹਿ ਦੌਰ। ਕਹਿਣ ਲੱਗੇ ਤੁਸੀਂ ਡਰਿਓ ਨਾ, ਮਹਾਰਾਜ ਕੋ ਕਿਹੜੀਆਂ ਫੌਜਾਂ ਨੇ, ਬਸ ਪਠਾਨ ਹੀ ਹੈਗੇ ਸੀਗੇ, ਉਹ ਵੀ ਮਹਾਰਾਜ ਕੋਲੋਂ ਆਗਿਆ ਲੈ ਕੇ ਛੁੱਟੀ ਲੈ ਕੇ ਹੁਣ ਤੁਹਾਡੇ ਕੋਲ ਆ ਗਏ ਹੈ। ਹਾਂਜੀ। ਭੇਤੀ ਸਕਲ ਬਾਤ ਕੋ ਅਹੈ। ਪਠਾਣਾ ਨੂੰ ਮਹਾਰਾਜ ਦੀ ਫੌਜ ਦਾ ਸਾਰਾ ਭੇਤ ਪਤਾ। ਲੂਟ ਮਾਫ ਲਿਖਵਾਵਨ ਚਾਹੈ। ਸਿਰਫ ਇੱਕ ਗੱਲ ਕਰਕੇ ਪਠਾਨ ਤੁਹਾਡੇ ਵਿੱਚ ਰਲਣਗੇ, ਉਹਨਾਂ ਨੂੰ ਲੁੱਟ ਦੀ ਖੁੱਲ੍ਹ ਦੇ ਦਿਓ ਵੀ ਮਹਾਰਾਜ ਦਾ ਖਜ਼ਾਨਾ ਲੁੱਟ ਸਕਦੇ ਆ। ਇੱਕ ਗੱਲ ਚੇਤਾ ਰੱਖਿਓ, ਜਿੰਨਾ ਮਰਜ਼ੀ ਕੋਈ ਕਵੇ ਮੈਂ ਭੇਤ ਪਾ ਲਿਆ ਗੁਰੂ ਦਾ, ਨਹੀਂ ਸਾਧ ਸੰਗਤ ਜੀ, ਪਿਆਰੇ ਸਤਿਗੁਰੂ ਜੀ ਦਾ ਭੇਤ ਕੋਈ ਵੀ ਪਾ ਨਹੀਂ ਸਕਦਾ। ਆਪਾਂ ਕੀ ਕਵਾਂਗੇ ਇੰਨੀ ਸ਼ਕਤੀ ਹੈ ਆਪਣੀ ਬੁੱਧੀ ਮੁਤਾਬਕ? ਨਹੀਂ, ਸ਼ਕਤੀ ਤੇ ਉਹਦੇ ਤੋਂ ਵੀ ਵੱਡੀ ਹੈ, ਸ਼ਕਤੀ ਤੇ ਹੋਰ ਜ਼ਿਆਦਾ ਹੋਣੀ ਹੈ। ਜਿੰਨੀ ਸੋਚਣੀ ਹੈ ਉਹਦੇ ਨਾਲੋਂ ਅਰਬਾਂ ਖਰਬਾਂ ਗੁਣਾ ਵੱਧ ਸ਼ਕਤੀ ਹੈ ਗੁਰੂ ਜੀ ਵਿੱਚ ਜੀ। ਕੋਈ ਭੇਤ ਕੀ ਪਾਲੇਗਾ ਜੀ? ਗੁਰੂ ਦਾ ਭੇਦ ਨਹੀਂ ਕੋਈ ਪਾ ਸਕਦਾ। ਨਿਰੰਕਾਰ ਕਾ ਚੀਨਤ ਨਹਿ ਭੇਦ, ਦੋਵੇਂ ਅਰਥ ਨੇ ਇਹਦੇ ਜੀ। ਉਸ ਨਿਰੰਕਾਰ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਈ ਭੇਦ ਪੂਰਾ ਨਹੀਂ ਪਾ ਸਕਦਾ। ਤੇ ਮਾਫ ਕਰਿਓ, ਆਪਾਂ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਦੇ ਸਿੱਖ ਹਾਂ। ਅਸੀਂ ਭੇਦ ਪਾਉਣ ਵਾਲੇ ਪਾਸੇ ਨਹੀਂ ਤੁਰਨਾ, ਅੰਤ ਪਾਉਣ ਵਾਲੇ ਪਾਸੇ ਨਹੀਂ ਤੁਰਨਾ। ਮਹਾਰਾਜ ਬਾਣੀ ਚ ਕਹਿੰਦੇ ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਮਹਾਰਾਜ ਤਾਂ ਉੱਚਿਆਂ ਤੋਂ ਵੀ ਉੱਚੇ ਨੇ ਜੀ। ਬੜੇ ਵੱਡੇ ਨੇ ਸਤਿਗੁਰੂ, ਬੜੇ ਵੱਡੇ ਨੇ ਸਤਿਗੁਰੂ, ਬੜੇ ਵੱਡੇ ਨੇ ਸਤਿਗੁਰੂ। ਇਹ ਵਿਚਾਰੇ ਹੌਲੀਆਂ ਦੀਆਂ ਗੱਲਾਂ ਕਰਨ ਦੇ। ਕਹਿੰਦੇ ਆ ਸਾਨੂੰ ਭੇਦ ਪਤਾ ਹੈ, ਸਿਰਫ ਇਹ ਹੈ ਵੀ ਆਪਾਂ ਲਿਖਵਾਉਣਾ ਹੈ ਵੀ ਸਾਨੂੰ ਲੁੱਟ ਕਰਨ ਦੀ ਮਾਫੀ ਹੋਵੇ। ਅਪਰ ਨਾ ਚਾਹਤ ਮੁਫਤੀ ਰਹੈ। ਬਸ ਮੁਫਤ ਹੀ ਰਹਿਣਾ। ਅਸੀਂ ਪਹਾੜੀ ਰਾਜਿਆਂ ਕੋਲੋਂ ਵੀ ਤਨਖਾਹ ਨਹੀਂ ਲੈਣੀ। ਨਿਜ ਬਲ ਤੇ ਗੁਰ ਕੋ ਧਨ ਲਹੈ। ਬਸ ਆਪਣੇ ਬਲ ਨਾਲ ਤੁਹਾਨੂੰ ਤਰਕੀਬ ਦੱਸਣੀ ਹੈ ਤੇ ਗੁਰੂ ਦੀ ਮਾਇਆ ਲੈਣੀ ਹੈ। ਹਾਂਜੀ। ਫਤਿਹ ਸ਼ਾਹ ਸੁਣ ਕੇ ਮਨ ਫੂਲਾ। ਫਤਿਹ ਸ਼ਾਹ ਰਾਜੇ ਨੂੰ ਜਦੋਂ ਪਤਾ ਲੱਗਾ ਵੀ ਗੁਰੂ ਦੀਆਂ ਫੌਜਾਂ ਦੇ ਪਠਾਨ ਮੇਰੇ ਵੱਲ ਆ ਕੇ ਰਲ ਚੱਲੇ ਆ, ਉਹ ਤੇ ਫੁੱਲ ਗਿਆ ਜੀ, ਬਹੁਤ ਜ਼ਿਆਦਾ ਜੀ। ਗੁਰਦਲ ਭਇਓ ਮੋਹੇ ਅਨੁਕੂਲਾ। ਵੀ ਇਹ ਤਾਂ ਗੁਰੂ ਦੀ ਫੌਜ ਆਪ ਹੀ ਮੇਰੇ ਅਨੁਕੂਲ ਹੋ ਗਈ ਹੈ, ਮੇਰੇ ਅਨੁਸਾਰ ਹੋ ਗਈ ਹੈ। ਸੁਗਮ ਫਤਿਹ ਮੋਹੇ ਪ੍ਰਾਪਤ ਹੋਈ। ਵੀ ਹੁਣ ਤਾਂ ਮੈਂ ਬਹੁਤ ਛੇਤੀ ਮਹਾਰਾਜ ਤੋਂ ਫਤਿਹ ਪ੍ਰਾਪਤ ਕਰ ਲਵਾਂਗਾ। ਚਾਹੇ ਗ੍ਰਿੰਦ ਸਭ ਕਿਨਹੂ ਨਾ ਲਈ। ਚਾਹੇ ਗ੍ਰਿੰਦ ਸਭ ਕਿਨਹੂ ਨਾ ਲਈ। ਚਾਹੁੰਦੇ ਤੇ ਸਾਰੇ ਰਾਜੇ ਆ ਜਿੱਤਣਾ, ਪਰ ਜਿੱਤ ਨਹੀਂ ਸੀ ਸਕਦੇ। ਮੈਂ ਜਿੱਤਾਂਗਾ ਕਹਿੰਦਾ। ਹਾਂਜੀ। ਸਭ ਮਹਿ ਸੁਜਸ ਫੈਲ ਹੈ ਮੇਰਾ, ਲਹੈ ਪਰਾਜੈ ਗੁਰ ਇਸ ਬੇਰਾ। ਕਹਿੰਦੇ ਮਹਾਰਾਜ ਦੀਆਂ ਫੌਜਾਂ ਮੇਰੇ ਵਿੱਚ ਆ ਕੇ ਰਲ ਗਈਆਂ ਨੇ ਤੇ ਮੇਰੀ ਹੁਣ ਜੈ ਜੈਕਾਰ ਹੋਣੀ ਹੈ। ਸਾਰਿਆਂ ਨੇ ਕਹਿਣਾ ਫਤਿਹ ਸ਼ਾਹ ਬੜਾ ਯੋਧਾ। ਹਰ ਬੰਦੇ ਨੂੰ ਇਹੋ ਹੀ ਹੈਗਾ ਜੀ, ਮੇਰੀ ਜੈ ਜੈਕਾਰ ਹੋ ਜੇ, ਮੇਰੀ ਜੈ ਜੈਕਾਰ ਹੋ ਜੇ। ਹਾਂਜੀ। ਤਤ ਛਿਨ ਕਾਗਦ ਪਰ ਲਿਖ ਦੀਨ। ਹਾਂਜੀ। ਲੂਟ ਮਾਫ ਸਭ ਤੁਮਰੀ ਕੀ। ਉਸੇ ਵੇਲੇ ਫਤਿਹ ਸ਼ਾਹ ਰਾਜੇ ਨੇ ਕਾਗਜ਼ ਉੱਤੇ ਲਿਖ ਦਿੱਤਾ, ਪਠਾਣਾਂ ਨੂੰ ਕਹੋ ਸਾਡੇ ਵਿੱਚ ਸ਼ਾਮਲ ਹੋਵੋ, ਜੋ ਜੀ ਕਰਦਾ ਉਹ ਲੁੱਟ ਕੇ ਲੈ ਕੇ ਆਓ, ਉਹ ਲੁੱਟ ਕੇ ਲੈ ਜਾਓ। ਇੱਥੇ ਮੈਂ 1 ਮਿੰਟ ਰੁਕਾਂਗਾ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਬੜਾ ਮਾੜਾ ਮੰਜ਼ਰ ਹੁੰਦਾ ਜੇ ਜਦੋਂ ਜੰਗ ਹੋਵੇ ਦੋ ਫੌਜਾਂ ਦੀ ਆਪਸ ਵਿੱਚ, ਤੇ ਇੱਕ ਫੌਜ ਨੂੰ ਕਹਿ ਦਿਓ ਨਾ ਵੀ ਲੁੱਟ ਲਓ ਜੋ ਲੁੱਟਣਾ। ਗੁਰਮੁਖੋ ਇਹ ਬਹੁਤ ਮਾੜਾ ਸਮਾਂ ਹੁੰਦਾ ਜੀ। ਮੈਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਇੱਕ ਸਿੰਘ ਬਾਰੇ ਤੁਹਾਨੂੰ ਦੱਸ ਦਿੰਦਾ।
ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸਤਿਪੁਰਸ਼ਾਂ ਦਾ ਨਾਮ ਤੁਸੀਂ ਸੁਣਿਆ ਹੋਵੇਗਾ। ਉਹ ਮਹਾਂਪੁਰਖ ਪਹਿਲਾਂ ਫੌਜ ਵਿੱਚ ਸੀਗੇ ਜੀ। ਸਮਾਂ ਆਇਆ, ਜੰਗ ਦਾ ਮਾਹੌਲ ਸੀਗਾ, ਫੌਜੀਆਂ ਨੂੰ 24 ਘੰਟੇ ਦਿੱਤੇ ਗਏ ਵੀ ਜੋ ਲੁੱਟਣਾ ਲੁੱਟ ਲਓ, ਦੇਸ਼ ਵਿੱਚੋਂ ਲੁੱਟ ਕਰ ਲਓ। ਲਿਖਤੀ ਆਰਡਰ ਫੌਜੀਆਂ ਨੂੰ ਮਿਲ ਗਏ। ਫੌਜੀ ਜੋ ਮਰਜ਼ੀ ਲੁੱਟ ਸਕਦੇ ਸੀਗੇ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਭਰ ਜਵਾਨੀ ਵਿੱਚ ਸੀਗੇ ਸਾਧ ਸੰਗਤ ਜੀ। ਜਦੋਂ ਬਾਣੀ ਪੜ੍ਹਨ ਵਾਲਿਆਂ ਨੂੰ ਖੁੱਲ੍ਹ ਮਿਲੇ ਵੀ ਜੋ ਮਰਜ਼ੀ ਲੁੱਟ ਲਾ, ਤੇ ਕੀ ਬਾਣੀ ਪੜ੍ਹਨ ਵਾਲਾ ਲੁੱਟ ਕਰਦਾ ਜੀ? ਇੱਕ ਸਵਾਲ ਪੈਦਾ ਹੁੰਦਾ ਜੀ। ਖੂਬ ਫੌਜੀ ਲੁੱਟ ਰਹੇ ਆ, ਲੋਕਾਂ ਦਾ ਸੋਨਾ ਲੁੱਟਿਆ, ਇੱਜ਼ਤਾਂ ਤੱਕ ਲੁੱਟ ਲਈਆਂ। ਇੱਕ ਬੀਬੀ ਨੇ ਪੁਕਾਰ ਕੀਤੀ ਬਾਬਾ ਕਰਮ ਸਿੰਘ ਨੂੰ, ਓਏ ਤੂੰ ਸਰਦਾਰ ਆ, ਗੁਰੂ ਦਾ ਸਿੰਘ ਲੱਗਦਾ ਹੈ, ਸਾਡੀ ਇੱਜ਼ਤ ਹੀ ਬਚਾ ਦੇ। ਤੇ ਬਾਬਾ ਕਰਮ ਸਿੰਘ ਜੀ ਉਹਨਾਂ ਦੇ ਘਰ ਦੇ ਬਾਹਰ ਪਹਿਰਾ ਦੇਣ ਲੱਗ ਪਏ ਜੀ। ਬਾਕੀ ਫੌਜੀ ਤਾਂ ਲੁੱਟ ਦਾ ਮਾਲ ਲੈ ਕੇ ਘਰ ਬੜਾ ਆਏ ਜੀ। ਬੜਾ ਮਾਲ ਅਫਾਬ ਲੈ ਕੇ ਆਏ ਆਪਣੇ ਘਰ ਵਿੱਚ। ਤੇ ਬਾਬਾ ਕਰਮ ਸਿੰਘ ਦੀ ਮਾਂ ਕਹਿਣ ਲੱਗੀ ਵੀ ਕਰਮ ਸਿਆ ਤੂੰ ਨਹੀਂ ਕੁਝ ਲੁੱਟਿਆ? ਕਰਮ ਸਿੰਘ ਤੂੰ ਨਹੀਂ ਕੁਝ ਲੁੱਟ ਕੇ ਲੈ ਕੇ ਆਂਦਾ? ਤੇ ਬਾਬਾ ਕਰਮ ਸਿੰਘ ਕਹਿਣ ਲੱਗੇ ਮੈਂ ਲੁੱਟ ਕੇ ਲਿਆਂਦੀ ਆ ਗੁਰੂ ਨਾਨਕ ਦੀ ਸਿੱਖੀ, ਮੈਂ ਸਿੱਖੀ ਕਮਾ ਕੇ ਆਇਆ ਹੀ। ਕਹਿੰਦੇ ਮਾਂ ਆਹ ਤੇ ਮਾਇਆ ਲੁੱਟਦੇ ਆ, ਮੈਂ ਗੁਰੂ ਦੀ ਸਿੱਖੀ ਨੂੰ ਲੁੱਟ ਕੇ ਲੈ ਕੇ ਆਂਦਾ ਜੀ, ਮੈਂ ਪੈਸਾ ਨਹੀਂ ਉਹ ਘਰ 'ਚ ਲੈ ਕੇ ਆਂਦਾ। ਤੇ ਬਾਬੇ ਕਰਮ ਸੋਹਣਾ ਦੇ ਨਾਲ ਪਤਾ ਨਹੀਂ ਕਿੰਨੇ ਕੁ ਫੌਜੀ ਆਉਣੇ ਆ ਜਿਨ੍ਹਾਂ ਦਾ ਅੱਜ ਨਾਮ ਟਿਕਾਣਾ ਨਹੀਂ ਕਿਸੇ ਨੂੰ ਪਤਾ, ਪਰ ਬਾਬੇ ਕਰਮ ਸੋਹਣਾ ਦੀ ਪੂਰੀ ਸੰਪਰਦਾ ਹੀ ਚੱਲਣ ਦੀ ਹੋਤੀ ਮਰਦਾਨ ਸੰਪਰਦਾ। ਜੈ ਜੈਕਾਰਾਂ ਹੁੰਦੀਆਂ, ਬਰਸੀਆਂ ਮਨਾਈਆਂ ਜਾਂਦੀਆਂ, ਹਜ਼ਾਰਾਂ ਲੋਕ ਉਹਨਾਂ ਦੇ ਨਾਮ ਤੋਂ ਲੰਗਰ ਛਕਣ ਰਹੇ ਹੈ ਜਿਨ੍ਹਾਂ ਗੁਰੂ ਨਾਨਕ ਦੀ ਸਿੱਖੀ ਦੀ ਲੁੱਟ ਲੁੱਟੀ ਜੀ। ਇਹਨਾਂ ਨੇ ਤੇ ਲਿਖਾ ਲਿਆ ਨਾ ਫਤਿਹ ਸ਼ਾਹ ਕੋਲੋਂ, ਜੋ ਲੁੱਟਣਾ ਲੁੱਟ ਲਓ। ਮਹਾਰਾਜ ਨੇ ਵੀ ਸਾਨੂੰ ਬਾਣੀ 'ਚ ਲਿਖ ਕੇ ਦਿੱਤਾ ਵੀ ਇੱਕ ਚੀਜ਼ ਲੁੱਟੋ ਰੱਜ ਕੇ। ਮਹਾਰਾਜ ਕਿਹੜੀ ਚੀਜ਼ ਹੈ? ਸਤਿਗੁਰੂ ਕਹਿੰਦੇ ਆ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਲੈ ਲੂਟ, ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਾਏਂਗੇ ਛੂਟ। ਮਹਾਰਾਜ ਕਹਿੰਦੇ ਉਹ ਬੰਦਿਆ ਵਾਹਿਗੁਰੂ ਦੇ ਨਾਮ ਨੂੰ ਲੁੱਟ, ਜਦੋਂ ਸਰੀਰ ਵਿੱਚੋਂ ਸਵਾਸ ਮੁੱਕ ਗਏ ਫਿਰ ਪਛਤਾਏਗਾ ਵੀ ਮੈਂ ਉਦੋਂ ਨਾਮ ਕਿਉਂ ਨਹੀਂ ਲੁੱਟਿਆ, ਭਾਵ ਜਪਿਆ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ 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 ਵਾਹਿਗੁਰੂ। ਇਹਦੀ ਲੁੱਟ ਪਾ ਕਹਿੰਦੇ, ਇਹਦੀ ਲੁੱਟ ਪਾ। ਬਾਅਦ ਚੋਂ ਪਛਤਾਏਗਾ, ਬਾਅਦ ਚੋਂ ਸਮਾਂ ਹੱਥ ਨਹੀਂ ਆਉਣਾ। ਬਾਹਰ ਬੀਬੀਆਂ ਬਾਅਦ ਚੋਂ ਪਛਤਾਏਗਾ, ਬਾਅਦ ਚੋਂ ਸਮਾਂ ਹੱਥ ਨਹੀਂ ਆਉਣਾ। ਮਹਾਰਾਜ ਵੀ ਸਾਨੂੰ ਕਹਿੰਦੇ ਲੁੱਟਣ ਨੂੰ, ਪਰ ਰਾਮ ਦਾ ਨਾਮ ਲੁੱਟਣ ਨੂੰ ਕਹਿੰਦੇ ਆ। ਰਾਮ ਦਾ ਨਾਮ ਲੁੱਟਣ ਨੂੰ ਇਹਨਾਂ ਫੌਜੀਆਂ ਨੇ ਲਿਖਵਾ ਲਿਆ ਫਤਿਹ ਸ਼ਾਹ ਤੋਂ ਪਠਾਣਾ ਨੇ ਵੀ ਜੋ ਲੁੱਟਣਾ ਲੁੱਟ ਲਿਓ। ਵਿਜੈ ਭਾਈ ਤੌਂ ਦੇਹ ਇਨਾਮੂ। ਹਾਂ, ਜੇ ਜਿੱਤ ਹੋ ਗਈ ਤੇ ਇਨਾਮ ਵੀ ਦਵਾਂਗੇ। ਭੂਖਨ ਪਟ ਲਿਹੋ ਗਮਨੋ ਧਾਮੂ। ਜਿੰਨੇ ਮਰਜੀ ਗੁਰੂ ਕੇ ਬਸਤਰ ਲੈ ਦਿਓ, ਗਹਿਣੇ ਲੈ ਦਿਓ, ਜੋ ਮਰਜੀ ਲੈ ਦਿਓ। ਇਮ ਲਿਖਵਾਏ ਧਏ ਅਸਵਾਰਾ। ਇਹ ਲਿਖਵਾ ਲਿਆ ਸਾਧ ਸੰਗਤ ਜੀ ਪਠਾਣਾ ਨੇ। ਮਿਲੇ ਆਨ ਜਹ ਖਾਨ ਉਦਾਰਾ। ਤੇ ਬਹੁਤ ਸਾਰੇ ਜਿੱਥੇ ਪਠਾਨ ਬੈਠੇ ਸੀਗੇ ਉੱਥੇ ਸਾਧ ਸੰਗਤ ਜੀ ਸਾਰੇ ਪਹੁੰਚ ਗਏ। ਸਭ ਸੁਨਾਏ ਕਰ ਬਾਤ ਅਦੋਸਾ। ਜਾ ਕੇ ਉਹਨਾਂ ਪੰਜਾਂ ਨੇ ਦੱਸਿਆ
ਵੀ ਫਤਿਹ ਸ਼ਾਹ ਰਾਜਾ ਸਾਡੀ ਸਾਰੀ ਗੱਲ ਮੰਨ ਗਿਆ ਹੈ। ਆਸ਼ੀ ਬਿਦ ਤੇ ਦੀਨ ਭਰੋਸਾ। ਤੇ ਉਹ ਕਹਿੰਦਾ ਜੋ ਕਰਨਾ ਹੈ ਕਰ ਲਿਓ, ਆਹ ਵੇਖੋ ਲਿਖ ਕੇ ਦਿੱਤਾ, ਭਰੋਸੇ ਵਾਲਾ ਸੌਦਾ ਹੈ। ਭਏ ਤਿਆਰ ਤਬ ਜ਼ੀਨ ਤੋ ਰੰਗ। ਹਾਂਜੀ। ਸੱਜੇ ਸਕਲ ਸ਼ਸਤਰਨ ਕੇ ਸੰਗ। ਉਹ ਐ ਤਿਆਰ ਬਰ ਤਿਆਰ ਪਠਾਨ ਸੀਗੇ ਸਾਰੇ ਜੀ, ਸ਼ਸਤਰ ਬਸਤਰ ਉਹਨਾਂ ਸਾਰਿਆਂ ਨੇ ਸਜਾਏ ਸਨ। ਕਾਲੇ ਖਾਂ ਪੁਨ ਦੇਖਤ ਬੋਲਿਓ। ਕਾਲੇ ਖਾਂ ਉਹਨਾਂ ਵਿੱਚੋਂ ਸਾਧ ਸੰਗਤ ਜੀ ਫਿਰ ਬੋਲ ਪਿਆ, ਕਿਉਂ ਮੂਢੋ ਤੁਮ ਰੋਚਿਤ ਡੋਲਿਓ। ਉਹ ਕਹਿੰਦਾ ਉਹ ਮੂਰਖੋ, ਆਪਣਾ ਚਿੱਤ ਕਿਉਂ ਡੁਲਾ ਲਿਆ ਜੀ, ਕਿਉਂ ਡੋਲ ਗਏ ਹੋ। ਨਿਮਕ ਹਰਾਮੀ ਬਨ ਕੇ ਮਰਨਾ। ਨਮਕ ਹਰਾਮੀ ਬਣ ਕੇ ਮਰੋਗੇ। ਹਾਂਜੀ। ਖੋਟ ਨਸੀਬ ਕਰਾਇਓ ਕਰਨਾ। ਤੁਹਾਡੇ ਕਿਸਮਤ ਵਿੱਚ ਕਿਉਂ ਖੋਟ ਲਿਖੀ ਗਈ ਹੈ? ਕਿਉਂਕਿ ਕਾਲੇ ਖਾਂ ਸਾਧ ਸੰਗਤ ਜੀ ਚੰਗਾ ਸੀਗਾ, ਉਹ ਡਰਦਾ ਸੀਗਾ ਜੀ ਰੱਬ ਤੋਂ, ਪਰਮੇਸ਼ਰ ਤੋਂ। ਇਹਦੇ ਤੋਂ ਅੱਗੇ ਕੀ ਹੈ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰ, ਸੰਸਾਰ ਦੇ ਵੱਡੇ ਯੋਧੇ, ਛੋਟੀ ਉਮਰ ਦੇ ਵੱਡੇ ਯੋਧੇ ਬਾਬਾ ਜੀ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ। ਹੱਥ ਜੋੜੋ, ਪਿਆਰ ਵਿੱਚ ਆਓ, ਗੱਜ ਕੇ ਸਾਰੇ ਕਹੋ ਧੰਨ ਧੰਨ ਬਾਬਾ ਫਤਿਹ ਸਿੰਘ ਜੀ। 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 ਆਜਾ ਜੀਤੋ ਰਾਣੀਏ, ਲੈ ਮਿੰਟ ਉਧਾਰੇ। ਮਾਂ ਜੀਤੋ ਦੇ ਲਾਲ, ਜਿਨ੍ਹਾਂ ਨੂੰ ਮਾਤਾ ਅਜੀਤ ਕੌਰ ਵੀ ਕਹਿੰਦੇ ਜੀ, ਮਾਂ ਜੀਤੋ ਦੇ ਲਾਲ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਅੱਜ ਸਾਧ ਸੰਗਤ ਜੀ, ਅੱਜ ਦੇ ਦਿਨ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਰਮੇਸ਼ਰ ਦੀ, ਅਕਾਲ ਪੁਰਖ ਦੀ ਉਸ ਸ਼ਕਤੀ ਦਾ ਆਗਮਨ ਹੋਇਆ ਜੀ। ਗੁਰੂ ਗੋਬਿੰਦ ਸਿੰਘ ਨੂੰ, ਸਤਿਗੁਰੂ ਜੀ ਨੂੰ ਖਬਰ ਦਿੱਤੀ, ਸਿੱਖ ਨੇ ਵਧਾਈ ਦਿੱਤੀ। ਸਤਿਗੁਰੂ ਵਧਾਈ ਹੋਵੇ, ਆਪ ਜੀ ਦੇ ਗ੍ਰਹਿ ਵਿਖੇ ਚੌਥੇ ਸਾਹਿਬਜ਼ਾਦੇ ਦਾ ਜਨਮ ਹੋਇਆ ਜੀ। ਮਾਂ ਗੁਜਰੀ ਜੀ ਕਹਿੰਦੇ, ਲਾਲ ਜੀ ਨਾਮ ਕੀ ਰੱਖਣਾ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਮੇਰੇ ਇਸ ਲਾਲ ਦਾ ਨਾਮ ਫਤਿਹ ਸਿੰਘ ਹੋਏਗਾ। ਫਤਿਹ ਸਿੰਘ ਨਾਮ ਰੱਖਿਆ ਜੀ। ਮਹਾਰਾਜ ਦੀ ਗੋਦ ਦਾ ਪਿਆਰ ਮਾਣਿਆ ਬਾਬਾ ਫਤਿਹ ਸਿੰਘ ਜੀ ਨੇ। ਭਾਵੇਂ 7 ਸਾਲ ਹੀ ਇਸ ਧਰਤੀ ਤੇ ਰਹੇ ਆ, ਪਰ ਸਦੀਵੀ ਝੰਡੇ ਝੂਲਦੇ ਰਹਿਣੇ ਬਾਬਾ ਫਤਿਹ ਸਿੰਘ ਜੀ ਦੇ ਜੀ। ਸਰਹੰਦ ਦਾ ਨਾਮ ਸਰਹੰਦ ਸੀ। ਫਤਿਹਗੜ੍ਹ ਸਾਹਿਬ ਬਾਬਾ ਫਤਿਹ ਸਿੰਘ ਜੀ ਦੇ ਨਾਮ ਉੱਤੇ ਪਿਆ ਜੀ। ਤੇ ਵੈਸੇ ਆਪਾਂ ਪੰਜਾਬ ਵਾਲੇ ਆ, ਕੱਲਾ ਫਤਿਹਗੜ੍ਹ ਨਾਮ, ਫਤਿਹਗੜ੍ਹ ਸਾਹਿਬ ਨਾਮ ਹੀ ਨਹੀਂ ਬਾਬਾ ਫਤਿਹ ਸਿੰਘ ਜੀ ਤੇ ਪਿਆ। ਪੂਰੇ ਪੰਜਾਬ 'ਚ ਚਲੇ ਜਾਓ, ਬਾਬਾ ਫਤਿਹ ਸਿੰਘ ਜੀ ਦੇ ਨਾਮ ਦੇ ਬੜੇ ਹੀ ਪਿੰਡ ਨੇ ਸਾਧ ਸੰਗਤ ਜੀ। ਫਤਿਹਗੜ੍ਹ, ਪੰਜਤੂਰ, ਜਿੱਥੇ ਜਿੱਥੇ ਗੁਰਸਿੱਖ ਰਹਿੰਦੇ ਸੀ ਨਾ, ਉਹਨਾਂ ਵੇਖਿਆ ਵੀ 1-2 ਇਹ ਪਿੰਡਾਂ ਦੇ ਨਾਮ ਰਲਦੇ ਆ। ਤੇ ਸਾਧ ਸੰਗਤ ਜੀ ਉਹਨਾਂ ਨੇ ਫਤਿਹਗੜ੍ਹ ਨਾਮ ਬੜਿਆਂ ਪਿੰਡਾਂ ਦਾ ਰੱਖਤਾ, ਮਗਰ ਨਿਸ਼ਾਨੀ ਵਜੋਂ ਕੋਈ ਛੋਟਾ ਨਾਮ ਹੋਰ ਰੱਖਤਾ ਜੀ। ਹਾਂ, ਆਪਣੇ ਲਾਗੇ ਫਤਿਹਗੜ੍ਹ ਚੂੜੀਆਂ ਹੈਗੀਆਂ ਜੀ। ਪੁਰਾਣੇ ਗੁਰਸਿੱਖਾਂ ਨੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਤੇ ਰੱਖੇ ਸੀ। ਤੁਸੀਂ ਕਦੀ ਨੋਟ ਕੀਤਾ, ਆਪਣੇ ਪੰਜਾਬ 'ਚ ਤਲਵੰਡੀਆਂ ਵੀ ਬੜੀਆਂ ਨੇ ਜੀ। ਤਲਵੰਡੀ ਡੋਗਰਾ, ਤਲਵੰਡੀ ਲਾਲ ਸਿੰਘ, ਤਲਵੰਡੀ ਝੁੰਗਲਾ। ਹਾਂਜੀ, ਤਲਵੰਡੀਆਂ ਵੀ ਨੇ। ਕਿਉਂ ਨੇ?
ਵੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਬਣੀ ਰਵੇ ਵੀ ਮਹਾਰਾਜ ਜੀ ਦਾ ਆਗਮਨ ਤਲਵੰਡੀ ਵਿੱਚ ਹੋਇਆ ਸੀਗਾ। ਤਲਵੰਡੀਆਂ, ਫਤਿਹਗੜ੍ਹ ਵੀ ਬੜੇ ਨੇ ਜੀ। ਰਹੋ ਵਿਚਾਰ, ਬਾਬਾ ਜੀ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਜੀ। ਮਹਾਰਾਜ ਨੇ ਖੁਸ਼ੀਆਂ ਕੀਤੀਆਂ। ਬਾਬਾ ਫਤਿਹ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਗੋਦ 'ਚ ਬਿਠਾਇਆ, ਪਿਆਰ ਕਰਨ ਦੇ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਦਾ ਪਿਆਰ ਮੰਨਣਾ, ਗੁਰਮੁਖੋ ਇਹ ਕਿੰਨੀ ਵੱਡੀ ਬੰਦਗੀ ਹੋਏਗੀ, ਤਾਂ ਜਾ ਕੇ ਇਹੋ ਜਿਹਾ ਸਮਾਂ ਮਿਲਦਾ ਜੀ। ਇੱਕ ਸੰਨਿਆਸੀ ਆਇਆ ਜੀ, ਉਹਨੇ ਵੇਖਿਆ ਵੀ ਬਾਬਾ ਫਤਿਹ ਸਿੰਘ ਜੀ ਨੂੰ ਗੋਦ 'ਚ ਬਿਠਾਇਆ, ਇਹਨਾਂ ਨੇ ਪੁੱਤ ਬਿਠਾਇਆ। ਉਹ ਸੋਚਦਾ ਸੀ ਵੀ ਗੁਰੂ ਗੋਬਿੰਦ ਸਿੰਘ ਬੜੇ ਵੱਡੇ ਜਪੀਸ਼ਰ ਹੋਣਗੇ, ਤਪੀਸ਼ਰ ਹੋਣਗੇ, ਉਦਾਸੀ ਹੋਣਗੇ, ਪਰ ਇਹ ਤੇ ਉਲਟ ਹੋ ਗਿਆ। ਇਹ ਤੇ ਪੁੱਤ ਦੇ ਮੋਹ ਵਿੱਚ ਫਸੇ ਆ। ਇਹਨਾਂ ਨੇ ਤਾਂ ਆਪਣਾ ਪੁੱਤ ਆਪਣੀ ਗੋਦ ਵਿੱਚ ਲੈ ਕੇ ਬੈਠੇ ਆ, ਪੁੱਤ ਦੇ ਮੋਹ ਵਿੱਚ ਫਸੇ ਆ। ਉਹ ਸੋਚ ਰਿਹਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਸਾਧੂ ਜੀ ਫਤਿਹ ਸਿੰਘ ਮੋਹ ਨਹੀਂ ਹੈਗਾ ਸਾਡੇ ਵਾਸਤੇ। ਅਸੀਂ ਫਤਿਹ ਸਿੰਘ ਦੇ ਮੋਹ ਕਰਕੇ ਉਹਨੂੰ ਝੋਲੀ ਵਿੱਚ ਨਹੀਂ ਚੁੱਕਿਆ। ਦੁਨੀਆਦਾਰ ਮੋਹ ਕਰਕੇ ਪੁੱਤਰਾਂ ਨੂੰ ਝੋਲੀਆਂ ਵਿੱਚ ਬਿਠਾਉਂਦੇ ਆ। ਕਹਿਣ ਲੱਗੇ ਤੁਸੀਂ ਸੰਨਿਆਸੀ ਜੋ, ਅਸੀਂ ਗ੍ਰਸਤੀ ਹਾਂ, ਪਰ ਮੈਂ ਮੋਹ ਵਿੱਚ ਨਹੀਂ ਫਸਿਆ। ਮਹਾਰਾਜ ਕਹਿਣ ਲੱਗੇ, ਅਸੀਂ ਫਤਿਹ ਸਿੰਘ ਨੂੰ ਦਾਤ ਸਮਝਦੇ ਹਾਂ, ਪਰਮੇਸ਼ਰ ਦੀ ਦਾਤ ਸਮਝਦੇ ਹਾਂ। ਫਤਿਹ ਸਿੰਘ ਸਾਡੇ ਵਾਸਤੇ ਪਰਮੇਸ਼ਰ ਦੀ ਦਾਤ ਹੈ। ਜੇ ਤਾਂ ਧੀਆਂ ਪੁੱਤਾਂ ਨੂੰ ਦਾਤ ਸਮਝੋਗੇ, ਇਹਨਾਂ ਨੂੰ ਵੇਖ ਕੇ ਤੁਹਾਨੂੰ ਵਾਹਿਗੁਰੂ ਦਾ ਚੇਤਾ ਆਵੇਗਾ, ਤੇ ਜੇ ਦਾਤ ਨਹੀਂ ਸਮਝੋਗੇ ਫਿਰ ਵਾਹਿਗੁਰੂ ਦਾ ਚੇਤਾ ਨਹੀਂ ਆਏਗਾ। ਮਹਾਰਾਜ ਤੇ ਕਹਿੰਦੇ ਆ, ਇਹ ਫਿਰ ਮਾਤ ਕਹੇ ਸੁੱਤ ਮੇਰਾ, ਫਿਰ ਮੋਹ ਹੁੰਦਾ ਸਾਧ ਸੰਗਤ ਜੀ, ਫਿਰ ਮੋਹ ਹੁੰਦਾ ਹੈ। ਇਹ ਦਾਤਾਂ ਨੇ ਵਾਹਿਗੁਰੂ ਦੀਆਂ, ਪਰਮੇਸ਼ਰ ਦੀਆਂ। ਤੇ ਬਾਬਾ ਫਤਿਹ ਸਿੰਘ ਵੱਡੇ ਸਾਹਿਬਜ਼ਾਦਿਆਂ ਨਾਲ ਖੇਡਦੇ ਵੀ ਹੁੰਦੇ ਸੀਗੇ। ਇੱਕ ਖੇਡ ਖੇਡੀ ਜਾ ਰਹੀ ਹੈ, ਵੱਡੇ ਸਾਹਿਬਜ਼ਾਦੇ ਕਹਿੰਦੇ, ਫਤਿਹ ਸਿੰਘ ਅਜੇ ਨਹੀਂ ਤੂੰ ਖੇਡਣਾ, ਤੂੰ ਛੋਟਾ ਆ ਇਸ ਖੇਡ ਵਾਸਤੇ। ਬਾਬਾ ਜੀ ਬਾਬਾ ਫਤਿਹ ਸਿੰਘ ਜੀ ਅੰਦਰ ਗਏ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਦਸਤਾਰਾ ਆਪਣੇ ਸੀਸ ਉੱਤੇ ਸਜਾ ਲਿਆ ਜੀ। ਸਤਿਗੁਰੂ ਜੀ ਦਾ ਦਸਤਾਰਾ ਆਪਣੇ ਸੀਸ ਉੱਤੇ ਸਜਾ ਕੇ ਕਹਿਣ ਲੱਗੇ, ਕਿੱਡੀ ਵੱਡੀ ਪੱਗ ਬੰਨ੍ਹ ਲਈ, ਉੱਚੀ ਦਮਾਲਾ ਬੰਨ੍ਹ ਲਿਆ ਜੀ ਵੱਡਾ। ਕਹਿਣ ਲੱਗੇ, ਹੁਣ ਤੇ ਨਹੀਂ ਨਾ ਮੈਂ ਛੋਟਾ, ਮੇਰੀ ਪੱਗ ਵੱਡੀ ਹੈ, ਹੁਣ ਤੇ ਤੁਹਾਡੇ ਬਰਾਬਰ ਆ ਨਾ। ਇੰਨੇ ਚਿਰ ਨੂੰ ਕਲਗੀਧਰ ਜੀ ਗੁਰਸਿੱਖਾਂ ਦੇ ਨਾਲ ਉੱਥੇ ਪਹੁੰਚ ਗਏ ਜੀ। ਮਹਾਰਾਜ ਨੇ ਫਤਿਹ ਸਿੰਘ ਜੀ ਨੂੰ ਗੋਦ 'ਚ ਚੁੱਕਿਆ ਤੇ ਬਾਬਾ ਅਜੀਤ ਸਿੰਘ ਨੂੰ ਕਹਿਣ ਲੱਗੇ, ਕੌਣ ਕਹਿੰਦਾ ਫਤਿਹ ਸਿੰਘ ਛੋਟਾ ਹੈ? ਜੋ ਕਾਰਜ ਫਤਿਹ ਸਿੰਘ ਨੇ ਕਰਨਾ ਉਹ ਵੱਡਿਆਂ ਵੱਡਿਆਂ ਤੋਂ ਨਹੀਂ ਹੋਣਾ। ਕਹਿਣ ਲੱਗੇ, ਕੌਣ ਕਹਿੰਦਾ ਫਤਿਹ ਸਿੰਘ ਛੋਟਾ ਹੈ? ਫਤਿਹ ਸਿੰਘ ਸਾਡਾ ਬੜਾ ਹੀ ਵੱਡਾ। ਕਹਿਣ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਫਤਿਹ ਸਿੰਘ ਜੀ ਨੂੰ ਬੜਾ ਪਿਆਰ ਕਰਦੇ, ਪਰ ਮਾਤਾ ਜੀਤੋ ਜੀ ਛੇਤੀ ਸਰੀਰ ਤਿਆਗ ਗਏ ਸੀਗੇ ਜੀ। ਮਾਤਾ ਜੀਤੋ ਜੀ ਛੇਤੀ ਸਰੀਰ ਤਿਆਗ ਗਏ। ਬਾਬਾ ਫਤਿਹ ਸਿੰਘ ਜੀ ਨੂੰ ਪਾਲਿਆ ਹੀ ਮਾਂ ਗੁਜਰੀ ਨੇ ਹੈ ਜੀ। ਗੁਰਮੁਖ ਪਿਆਰੇ ਦੱਸਦੇ, ਕਹਿੰਦੇ ਰੂੰ ਦੀਆਂ ਪੂਣੀਆਂ ਬਣਾ ਕੇ ਨਾ ਉਹਨਾਂ ਦੇ ਨਾਲ ਦੁੱਧ ਛਕਾਉਂਦੇ ਹੁੰਦੇ ਸੀਗੇ ਬਾਬਾ ਜੀ ਬਾਬਾ ਫਤਿਹ ਸਿੰਘ ਜੀ ਨੂੰ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਪ੍ਰੇਮ ਕੀਤਾ, ਔਰ ਜੋ ਕਾਰਜ ਧੰਨ ਬਾਬਾ ਫਤਿਹ ਸਿੰਘ ਜੀ ਨੇ ਕੀਤਾ, ਸ਼ਹੀਦੀ ਦੋਵਾਂ ਦੀ ਹੋਈ ਹੈ, ਬਾਬਾ ਜ਼ੋਰਾਵਰ ਸਿੰਘ ਜੀ ਦੀ, ਬਾਬਾ ਫਤਿਹ ਸਿੰਘ ਜੀ ਦੀ ਵੀ। ਪਰ ਕਹਿੰਦੇ ਆ ਜਦੋਂ ਨੀਹਾਂ ਚਿਣਨ ਲੱਗੇ ਸੀ ਨਾ, ਤੇ ਬਾਬਾ ਜ਼ੋਰਾਵਰ ਸਿੰਘ ਥੋੜ੍ਹੇ ਜਿਹੇ ਮਾਯੂਸ ਹੋਏ। ਬਾਬਾ ਫਤਿਹ ਸਿੰਘ ਕਹਿਣ ਲੱਗੇ, ਵੀਰ ਜੀ
ਤੁਸੀਂ ਮਾਯੂਸ ਕਿਉਂ ਹੋਣ ਲੱਗ ਪਏ ਹੋ? ਕਹਿੰਦੇ ਇਸ ਕਰਕੇ ਫਤਿਹ ਸਿੰਘ, ਆਇਆ ਤਾਂ ਮੈਂ ਆ ਦੁਨੀਆ ਤੇ, ਪਰ ਪਹਿਲਾਂ ਤੂੰ ਚਲੇ ਜਾਣਾ ਦਾਦਾ ਜੀ ਦੇ ਕੋਲ। ਕਹਿੰਦੇ ਨਹੀਂ ਵੀਰ ਜੀ, ਤੁਸੀਂ ਵੱਡੇ ਹੋ, ਪਹਿਲਾਂ ਤੁਸੀਂ ਚਲੇ ਜਾਇਓ। ਬਾਬਾ ਜ਼ੋਰਾਵਰ ਸਿੰਘ ਜੀ ਦਾ ਜਦੋਂ ਸਾਹ ਰਗ ਵੱਢੀ ਗਈ ਨਾ, ਉਹਨਾਂ ਦੀ ਸਾਹ ਰਗ ਵੱਢੀ ਹੈ, ਕਹਿੰਦੇ ਉਸੇ ਸਮੇਂ ਬੇਗ ਹੀ ਉਨਕੇ ਪ੍ਰਾਣ ਛੂਟ ਗਏ। ਉਸੇ ਸਮੇਂ ਉਹਨਾਂ ਦੇ ਪ੍ਰਾਣ ਛੁੱਟ ਗਏ। ਪਰ 12.5 ਮਿੰਟ ਬਾਬਾ ਫਤਿਹ ਸਿੰਘ ਜੀ ਚਰਨ ਹਿਲਾਉਂਦੇ ਰਹੇ ਸੀਗੇ ਜੀ। ਉਹਨਾਂ ਨੇ ਅਖੀਰਲੀ ਲਾਸਟ ਤੇ ਸ਼ਹੀਦੀ ਦਿੱਤੀ ਜੀ, ਬਾਬਾ ਫਤਿਹ ਸਿੰਘ ਜੀ ਨੇ। ਤੇ ਜੋ ਕਾਰਜ ਧੰਨ ਬਾਬਾ ਫਤਿਹ ਸਿੰਘ ਜੀ ਨੇ ਕੀਤਾ, ਗੁਰਮੁਖੋ ਵੱਡੇ ਵੱਡੇ ਸੂਰਮੇ ਨਹੀਂ ਕਰ ਸਕੇ। 5-7 ਸਾਲਾਂ ਦੇ ਬਾਬਾ ਫਤਿਹ ਸਿੰਘ ਜੀ ਬ੍ਰਹਮ ਗਿਆਨੀ ਸੀਗੇ। ਸਰਹੰਦ ਦਾ ਸੂਬਾ ਕਹਿੰਦਾ, ਬੱਚਿਓ ਤੁਹਾਨੂੰ ਛੱਡ ਦਿਆਂਗੇ, ਕੀ ਕਰੋਗੇ? ਕਹਿਣ ਲੱਗੇ, ਦਾਦੀ ਅੰਮਾ ਨਾਲ ਜਾਵਾਂਗੇ, ਜੰਗਲ 'ਚ ਸਿੰਘ ਇਕੱਠੇ ਕਰਾਂਗੇ ਤੇ ਤੁਹਾਡੇ ਉੱਤੇ ਆ ਕੇ ਹਮਲਾ ਕਰਾਂਗੇ। ਦੁਸ਼ਟ ਝੂਠਾ ਨੰਦ ਹੱਸ ਪਿਆ, ਕਹਿੰਦਾ ਬੱਚਿਓ ਤੁਸੀਂ ਹਾਰ ਜਾਣਾ। ਕਹਿੰਦੇ ਕੋਈ ਨਹੀਂ, ਫੇਰ ਜਾਵਾਂਗੇ। ਇਹ ਬਾਬਾ ਫਤਿਹ ਸਿੰਘ ਜੀ ਕਹਿ ਰਹੇ, ਫੇਰ ਜਾਵਾਂਗੇ, ਜੰਗਲ ਵਿੱਚ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਤੁਹਾਡੇ ਨਾਲ ਆ ਕੇ ਜੰਗ ਕਰਾਂਗੇ। ਕਹਿੰਦਾ ਬੱਚਿਓ ਤੁਸੀਂ ਫੇਰ ਹਾਰ ਜਾਣਾ। ਬਾਬਾ ਫਤਿਹ ਸਿੰਘ ਜੀ ਕਹਿੰਦੇ ਫੇਰ ਆਵਾਂਗੇ, ਜੰਗ ਕਰਾਂਗੇ ਤੁਹਾਡੇ ਨਾਲ, ਤੁਹਾਨੂੰ ਹਰਾਵਾਂਗੇ। ਕਹਿੰਦੇ ਬੱਚਿਓ ਕਿੰਨਾ ਕੁ ਚਿਰ ਤੱਕੇ ਕਰਦੇ ਰਹੋਗੇ? ਤੇ ਹੁਣ ਬਾਬਾ ਫਤਿਹ ਸਿੰਘ ਜੀ ਦਾ ਨਿਸ਼ਟਾ ਸੁਣਿਓ ਜਰਾ। ਵਾਹ ਵਾਹ ਵਾਹ, ਆਖੋ ਵਾਹਿਗੁਰੂ। ਬਾਬਾ ਫਤਿਹ ਸਿੰਘ ਨਾ ਬਾਂਹ ਕਰਕੇ, ਛੋਟੀ ਜੀ ਬਾਂਹ ਸੀਗੀ, ਪਰ ਸਪੁੱਤਰ ਗੁਰੂ ਗੋਬਿੰਦ ਸਿੰਘ ਦੇ ਹੈ। ਬਾਂਹ ਕਰਕੇ ਵਜ਼ੀਰ ਖਾਂ ਵੱਲ ਸੁੱਚੇ ਨੰਦ ਨੂੰ ਕਹਿਣ ਲੱਗੇ, ਜਿੰਨਾ ਚਿਰ ਤੱਕ ਤੇਰੇ ਵਜੀਦੇ ਦਾ ਸਿਰ ਨਹੀਂ ਵੱਢ ਲੈਂਦੇ, ਉਹਨਾਂ ਚਿਰ ਤੱਕ ਆਉਂਦੇ ਹੀ ਰਵਾਂਗੇ। ਤੇ ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਜੀ ਦੀ ਫੌਜ ਵਿੱਚ ਇੱਕ ਸਿੰਘ ਸੀ ਫਤਿਹ ਸਿੰਘ। ਫਤਿਹ ਸਿੰਘ ਨੇ ਹੀ ਵਜੀਦੇ ਦਾ ਸਿਰ ਵੱਢਿਆ ਸੀਗਾ। ਸਾਧ ਸੰਗਤ ਜੀ, ਫਤਿਹ ਸਿੰਘ ਨੇ ਹੀ ਵੱਢਿਆ ਸੀ। ਬੜੇ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਜੀ, ਬਾਬਾ ਫਤਿਹ ਸਿੰਘ ਜੀ। ਉਮਰ ਤੇ ਛੋਟੀ ਜੀ ਹੈ, ਪਰ ਵੱਡਾ ਪੂਰਨਾ ਪਾ ਕੇ ਗਏ। ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਅੱਜ ਬਾਬਾ ਜੀ ਦਾ ਜਨਮ ਦਿਨ ਹੈ ਗੁਰਮੁਖੋ। ਆਪ ਸਾਰਿਆਂ ਨੂੰ ਸਤਿਗੁਰਾਂ ਵਾਹਿਗੁਰੂ ਸਤਿਗੁਰੂ ਜੀ ਦੇ ਲਖਤੇ ਜਿਗਰ ਬਾਬਾ ਜੀ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਅੰਤਮ ਸਮੇਂ ਤੱਕ ਨਿਤਨੇਮ ਕਰਨ ਵਾਲੇ ਜੀ, ਅੰਤਮ ਸਮੇਂ ਤੱਕ। ਮਾਂ ਨੂੰ ਕਿਹਾ ਸੀ ਨਾ, ਮਾਂ ਉਡੀਕਾਂਗੇ ਅਸੀਂ ਚਾਅ ਨਾਲ ਸੱਚਖੰਡ ਵਿੱਚ ਜਾ ਕੇ, ਪਰ ਨਾ ਤੁਸਾਂ ਆਉਣਾ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤੇ ਰੁੱਸ ਪਊ ਫਤਿਹ ਸਿੰਘ ਤੇਰਾ ਜੀ ਪਰਚਾਉਣਾ। ਮਾਂ ਤੇਰੇ ਬਾਝੋਂ ਅਸਾਂ ਨੂੰ ਸੱਚਖੰਡ ਨਹੀਂ ਪਾਉਣਾ, ਤੇਰੇ ਤੋਂ ਬਗੈਰ ਸਾਨੂੰ ਸੱਚਖੰਡ ਨਹੀਂ ਉਹ ਚੰਗਾ ਲੱਗਣਾ। ਤੇ ਮਾਂ ਗੁਜਰੀ ਦੀਆਂ ਲੋਰੀਆਂ ਸਿੱਖਿਆ। ਮੈਂ ਅੱਜ ਮਹਾਂਪੁਰਖਾਂ ਦਾ ਜੀਵਨ ਪੜ੍ਹ ਰਿਹਾ ਸਾਂ, ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡ ਰਾਲਿਆਂ ਦਾ। ਉਹਦੇ ਵਿੱਚ ਦੱਸ ਰਹੇ ਸੀ ਕਿ ਵੀ ਬੱਚੇ ਦੀ ਜ਼ਿੰਦਗੀ ਦੇ ਜਿਹੜੇ ਪਹਿਲੇ 3-4 ਸਾਲ ਨੇ ਨਾ, ਉਹਨੂੰ ਜਿਹੋ ਜਿਹਾ ਮਾਹੌਲ ਦਿਓਗੇ, ਸਾਰੀ ਉਮਰ ਉਹ ਉਸ ਮਾਹੌਲ ਨੂੰ ਭੁੱਲ ਨਹੀਂ ਸਕੇਗਾ, ਸਾਰੀ ਉਮਰ ਭੁੱਲ ਨਹੀਂ ਸਕੇ। ਗੁਰਬਾਣੀ ਅਸਰ ਪਾਉਂਦੀ ਚ, ਗੁਰਬਾਣੀ ਕੱਲਾ ਜਿਉਂਦੀਆਂ ਚੀਜ਼ਾਂ ਤੇ ਅਸਰ ਨਹੀਂ ਚ ਪਾਉਂਦੀ, ਜਿਹੜੀਆਂ ਚੀਜ਼ਾਂ ਨਿਰਜੀਵ ਨੇ ਬਾਣੀ ਉਹਨਾਂ ਉੱਤੇ ਵੀ ਅਸਰ ਪਾਉਂਦੀ ਹੈ।
ਉਸ ਪੁਸਤਕ 'ਚ ਬਹੁਤ ਸੋਹਣਾ ਲਿਖਿਆ ਸੀ, ਕਹਿੰਦੇ ਬੱਚਾ ਛੋਟਾ ਹੈ, ਅਜੇ ਬੋਲ ਵੀ ਨਹੀਂ ਸਕਦਾ, ਅਜੇ ਉਹ ਕੁਛ ਨਹੀਂ ਕਰਦਾ, ਤਾਂ ਵੀ ਉਹਨੂੰ ਗੋਦ 'ਚ ਲੈ ਕੇ ਨਿਤਨੇਮ ਦਾ ਪਾਠ ਕਰੋ, ਉਹਦੇ ਉੱਤੇ ਅਸਰ ਜ਼ਰੂਰ ਹੋਏਗਾ, ਅਸਰ ਜ਼ਰੂਰ ਹੋਏਗਾ। ਉਹਦੇ ਲਾਗੇ ਬਾਣੀ ਪੜ੍ਹੀ ਚਲੋ, ਸੁੱਤਿਆਂ ਵੀ ਉਹਦੇ ਲਾਗੇ ਗੁਰੂ ਦੀ ਬਾਣੀ ਲਾਓ, ਉਹਦੇ ਤੇ ਅਸਰ ਜ਼ਰੂਰ ਹੋਏਗਾ। ਤੇ ਜਿਨ੍ਹਾਂ ਨੂੰ ਗੋਦ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਲੀ ਜੀ, ਕਿੰਨਾ ਵੱਡੀ ਗੱਲ ਹੈ ਜੀ। ਸੋ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਅਸੀਂ ਵੀ ਆਪਣੇ ਬੱਚਿਆਂ ਦੀ ਪਰਵਰਿਸ਼ ਜਿਹੜੀ ਹੈ ਉਹ ਆਪਣੇ ਨਹੀਂ, ਗੁਰੂ ਕੀਆਂ ਦਾਤਾਂ ਸਮਝ ਕੇ ਕਰਨੀ ਹੈ ਸਾਧ ਸੰਗਤ ਜੀ। ਜੇ ਕਿਸੇ ਦੇ ਬੱਚਾ ਸਿੱਖੀ ਤੋਂ ਟੁੱਟ ਵੀ ਗਿਆ ਨਾ, ਮਾਂ ਪਿਓ ਬਾਣੀ ਪੜ੍ਹ ਕੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸਾਡੇ ਪਰਿਵਾਰ ਵਿੱਚ ਸਾਡੀ ਸੰਤਾਨ ਨੂੰ ਆਪਣੀ ਸਿੱਖੀ ਦੀ ਦਾਤ ਦੇ ਦਿਓ। ਮਾਂ ਪਿਓ ਦੀ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਕਦੀ ਵਿਅਰਥ ਨਹੀਂ ਜਾਏਗੀ। ਮਹਾਰਾਜ ਕਿਰਪਾ ਕਰਨ। ਆਓ ਪ੍ਰੇਮ ਨਾਲ ਪੰਕਤੀ ਪੜੋ, ਫਿਰ ਖਿਮਾ ਮੰਗੀਏ। ਜੰਮਿਆ ਪੂਤ ਭਗਤ ਗੋਬਿੰਦ ਕਾ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ, ਜੰਮਿਆ ਪੂਤ ਭਗਤ ਗੋਬਿੰਦ 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 ਕਾ, ਜੰਮਿਆ ਪੂਤ ਗੋਬਿੰਦ ਕਾ, ਜੰਮਿਆ ਪੂਤ ਭਗਤ ਗੋਬਿੰਦ ਕਾ। ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ। ਬਹੁਤ ਬਹੁਤ ਸਭਨਾਂ ਨੂੰ ਵਧਾਈ ਹੋਵੇ। ਸਾਡੇ ਪਰਿਵਾਰਾਂ ਵਿੱਚ ਗੁਰਸਿੱਖੀ ਆਵੇ ਜੀ, ਗੁਰਸਿੱਖੀ ਆਵੇ। ਇੱਕ ਪਿਆਰ ਵਾਲੇ ਮਹਾਤਮਾ ਉਹ ਮੈਨੂੰ ਕਹਿ ਰਹੇ ਸੀ 3 ਚੀਜ਼ਾਂ ਜ਼ਰੂਰ ਮੰਗਿਆ ਕਰੋ। ਮੈਂ ਕਿਹਾ ਜੀ ਕਿਹੜੀਆਂ? ਕਹਿੰਦੇ ਪਹਿਲਾਂ ਹੱਥ ਜੋੜ ਕੇ ਜਦੋਂ ਅਰਦਾਸ ਕਰਨੀ ਹੈ ਨਾ, ਇਹ ਸਮਝਿਆ ਕਰੋ ਮਹਾਰਾਜ ਮੇਰੀ ਅਰਦਾਸ ਸੁਣ ਰਹੇ ਹੈ। ਹਵਾ 'ਚ ਨਾ ਤੀਰ ਮਾਰਿਆ ਕਰੋ, ਐਵੇਂ ਹਵਾ 'ਚ ਹੀ ਬੋਲੀ ਜਾਣਾ। ਕਹਿੰਦੇ ਨਹੀਂ, ਜਦੋਂ ਮਹਾਰਾਜ ਦੇ ਸਾਹਮਣੇ ਖਲੋਣਾ, ਇਹ ਭਾਵ ਰੱਖਣਾ ਖੰਡਾਂ ਵਰਪੰਡਾਂ ਦੇ ਮਾਲਕ ਨੇ ਇਹ, ਤੇ ਮੇਰੀ ਅਰਦਾਸ ਸੁਣ ਰਹੇ ਹੈ। ਅਰਦਾਸ ਦਾ ਪਹਿਲਾ ਨਿਯਮ ਹੈ, ਮਹਾਰਾਜ ਖੰਡਾਂ ਵਰਪੰਡਾਂ ਦੇ ਮਾਲਕ ਨੇ ਤੇ ਮੇਰੀ ਅਰਦਾਸ ਸੁਣ ਰਹੇ ਹੈ। ਫਿਰ ਹੱਥ ਜੋੜ ਕੇ ਕਹਿਣਾ ਮਹਾਰਾਜ ਮੈਨੂੰ ਆਪਣੀ ਸਿੱਖੀ ਦੀ ਦਾਤ ਬਖਸ਼ੋ। ਫਿਰ ਕਹਿਣਾ ਮਹਾਰਾਜ ਮੈਨੂੰ ਆਪਣੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਫਿਰ ਹੱਥ ਜੋੜ ਕੇ ਕਹਿਣਾ ਮਹਾਰਾਜ ਮੈਨੂੰ ਆਪਣੀ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰੋ। ਫਿਰ ਸੁਣ ਲਓ, ਜਦੋਂ ਅਰਦਾਸ ਕਰਨੀ ਹੈ, ਹੱਥ ਜੋੜਨੇ ਹੈ, ਗੱਲ ਅੰਦਰ ਦੇ ਭਾਵ ਦੀ ਜੇ ਸਾਰੀ। ਖੰਡਾਂ ਵਰਪੰਡਾਂ ਦੇ ਮਾਲਕ ਸਾਹਮਣੇ ਖਲੋਤੇ ਆ ਤੇ ਮਹਾਰਾਜ ਮੇਰੀ ਅਰਦਾਸ, ਮੇਰੀ ਕੀਤੀ ਹੋਈ ਬੇਨਤੀ ਨੂੰ ਸੁਣ ਰਹੇ ਹੈ। ਹੇ ਸਤਿਗੁਰੂ
ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਆਪਣੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਸਤਿਗੁਰੂ ਜੀਓ ਆਪਣੀ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰੋ। ਜ਼ਰੂਰ ਕਿਰਪਾ ਹੁੰਦੀ ਸਾਧ ਸੰਗਤ ਜੀ। ਮਹਾਰਾਜ ਜੀ ਕਿਰਪਾ ਕਰਨ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।